ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਲਾਲ ਸਿੰਘ ਦਮਦਮੇ ਟਕਸਾਲ ਫਤਿਹ ਪ੍ਰਵਾਨ ਕਰਿਓ। ਆਪ ਸੰਗਤਾਂ ਨੂੰ ਪਤਾ ਹੈ ਕਿ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਜਾਪ ਸਾਹਿਬ ਤੋਂ ਬਾਅਦ ਅਕਾਲ ਉਸਤਤ ਬਾਣੀ ਦੇ ਵਿੱਚੋਂ ਕੁਝ ਚੁਣਵੇਂ ਸ਼ਬਦਾਂ ਦੀ ਵਿਚਾਰ ਆਪਾਂ ਕੀਤੀ ਹੈ। ਜਿਹੜੀ ਉਹ ਵਿਚਾਰ ਹੈ ਗੁਰਬਾਣੀ ਦੇ ਮੁਤਾਬਕ, ਭਾਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਗੰਮੀ ਬਾਣੀ, ਇਲਾਹੀ ਬਾਣੀ, ਤੁਰਕੀ ਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਸ਼ਬਦ ਲੈ ਕੇ ਉਹਨਾਂ ਸ਼ਬਦਾਂ ਦੀ ਔਰ ਦਸਵੇਂ ਪਾਤਸ਼ਾਹ ਦੀ ਬਾਣੀ ਦੇ ਸ਼ਬਦ ਲੈ ਕੇ ਚੁਣਵੇਂ ਸ਼ਬਦਾਂ ਦੀ ਵਿਚਾਰ, ਜਿਨ੍ਹਾਂ ਸ਼ਬਦਾਂ ਕਰਕੇ ਆਪਾਂ ਨੂੰ ਪਤਾ ਹੈ ਕਿ ਸ਼ੰਕੇ ਜਿਹੜੇ ਹੈ ਸਾਡੇ ਮਨਾਂ ਦੇ ਉਹ ਨਿਵਰਤ ਹੋ ਰਹੇ ਨੇ। ਦੂਸਰੀ ਬੇਨਤੀ ਇਹ ਆ ਵੀ ਮੈਨੂੰ ਇੱਕ ਦੋ ਮੈਸੇਜ ਆਏ ਸੀਗੇ, ਉਹ ਕਹਿੰਦੇ ਸੀ ਸਿੰਘਾਂ ਨੇ, ਕਿਉਂਕਿ ਸਿੰਘਾਂ ਦਾ ਹੁਕਮ ਹੁੰਦਾ ਹੈ, ਹੁਕਮ ਲਾਇਆ ਕਿ ਤ੍ਰਿਆ ਚਰਿੱਤਰ ਬਾਰੇ ਜਾਂ ਜੋ 24 ਅਵਤਾਰ ਆਉਂਦੇ ਨੇ ਉਹਨਾਂ ਬਾਰੇ ਵਿਸਥਾਰਪੂਰਵਕ ਵਿਚਾਰ ਕਰਿਓ। ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਹੌਲੀ ਹੌਲੀ ਆਪਾਂ ਉਹਨਾਂ ਤੱਕ ਪਹੁੰਚ ਜਾਣਾ, ਕਿਉਂਕਿ ਦਸਮ ਗ੍ਰੰਥ ਦੇ ਵਿੱਚੋਂ ਇੱਕ ਪੰਛੀ ਝਾਤ ਆਪਾਂ ਦੇ ਰਹੇ ਹਾਂ। ਸਾਰੀ ਵਿਚਾਰ ਕਰੀਏ ਤੇ ਸਮਾਂ ਕਾਫੀ ਚਾਹੀਦਾ। ਅੱਜ ਆਪਾਂ ਤੀਸਰੀ ਬਾਣੀ ਜਿਹੜੀ ਹੈ ਭਗਉਤੀ ਉਸਤਤ ਤਵੈ ਪ੍ਰਸਾਦ ਦੀਰਘ ਤਰਪੰਗੀ ਛੰਦ, ਇਹਦੇ ਉੱਪਰ ਵਿਚਾਰ ਕਰਨੀ ਆ। ਪਹਿਲੀ ਬੇਨਤੀ ਤਾਂ ਮੈਂ ਇਹ ਕਰਾਂਗਾ, ਕਿਉਂਕਿ ਭਗਉਤੀ ਸ਼ਬਦ ਦੇ ਉੱਪਰ ਬਹੁਤ ਜ਼ਿਆਦਾ ਅੱਜ ਚਰਚਾ ਹੁੰਦੀ ਹੈ। ਭਗਉਤੀ ਸ਼ਬਦ ਕਿਉਂ ਆਇਆ ਜੀ? ਭਗਉਤੀ ਸ਼ਬਦ ਦੇਵੀ ਦੇ ਪਰਥਾਏ ਆ, ਦੁਰਗਾ ਦੇ ਪਰਥਾਏ ਆ, ਕਾਲਕਾ ਦੇ ਪਰਥਾਏ ਆ। ਐਸਾ ਨਹੀਂ ਹੁੰਦਾ, ਕਿਉਂਕਿ ਜਿਹੜੀ ਗੱਲ ਆਪਾਂ ਕਰਨੀ ਆ ਬਿਲਕੁਲ ਤੁਲਵੀਂ ਵਿਚਾਰ ਦੇ ਸਹਿਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਲੈ ਕੇ ਕਰਨੀ ਆ। ਕਿਉਂਕਿ ਗੁਰਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਡੇ ਮਨਾਂ ਦੇ ਜਿਹੜੇ ਸ਼ੰਕੇ ਉਹ ਸਾਰੇ ਨਿਵਰਤ, ਸਭ ਸ਼ੰਕੇ ਦੂਰ ਕਰ ਦਿੰਦੀ ਹੈ ਗੁਰਬਾਣੀ। ਦੇਖੋ, ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਵਿਸ਼ਨੂੰ, ਕਿਉਂਕਿ ਜਦੋਂ ਅਸੀਂ ਪੜ੍ਹਦੇ ਸੀ ਨਾ ਉਸਤਾਦਾਂ ਕੋਲੇ, ਸਾਨੂੰ ਉਹਨਾਂ ਨੇ ਦੱਸਣਾ ਵੀ ਜਥਾ ਪ੍ਰਕਰਮੰ ਤਥਾ ਅਰਥੰ, ਜਿਹੋ ਜਿਹਾ ਪ੍ਰਕਰਮ ਆ ਜਾਂਦਾ ਹੈ ਉਹੋ ਜਿਹਾ ਅਰਥ ਹੋ ਜਾਂਦਾ ਹੈ। ਗਿਆਨੀ ਲੋਕ ਆ, ਜਿਹੜੇ ਵਿਦਵਾਨ ਲੋਕ ਹੈ, ਤੁਸੀਂ ਟੀਕੇ ਪੜ੍ਹ ਲਿਓ, ਵਿਦਕੋਟੀਆਂ ਦਾ ਟੀਕਾ ਹੈ, ਜਾਂ ਜਿਹੜੇ ਗਿਆਨੀ ਅਮੀਰ ਸਿੰਘ ਜੀ ਉਹਨਾਂ ਨੇ ਟੀਕਾ ਕੀਤਾ, ਉਹ ਟੀਕਾ ਤੁਸੀਂ ਅਮੀਰ ਭੰਡਾਰ ਉਹ ਪੜ੍ਹ ਲਿਓ। ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਉਹ ਵੀ ਪੜ੍ਹ ਲਿਓ। ਇਹਨਾਂ ਨੇ ਆਪੋ ਆਪਣੀ ਬੁੱਧ ਹਜਤੀ ਦੇ ਮੁਤਾਬਕ ਵਿਆਖਿਆ ਜ਼ਰੂਰ ਕੀਤੀ ਹੈ ਸ਼ਬਦਾਂ ਦੀ, ਪਰ ਜਿਹੋ ਜਿਹਾ ਪ੍ਰਕਰਮ ਆਉਂਦਾ ਹੈ ਉਹੋ ਜਿਹਾ ਅਰਥ ਉੱਥੇ ਉਹ ਕਰਦੇ ਹੈ। ਹੁਣ ਵਿਸ਼ਨੂੰ, ਕਈ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵਿਸ਼ਨੂੰ ਜਿਹੜਾ ਹੈਗਾ ਉਹ ਵਿਸ਼ਨੂੰ ਸ਼ਬਦ ਦੇ ਅਰਥ ਇਹ ਕੀਤੇ ਗਏ ਆ ਵੀ ਜਿਵੇਂ ਆਪਾਂ ਦਸਮ ਪਾਤਸ਼ਾਹ ਦੇ ਬਚਨੇ ਪੜ੍ਹਦੇ ਹਾਂ, ਮੈਂ ਨਾ ਗਣੇਸ਼ਾ ਪ੍ਰਥਮ ਨਾਉ ਕਿਸ਼ਨ ਵਿਸ਼ਨ ਕਬਹੁ ਨ ਧਿਆਉ। ਇਹ ਪੰਕਤੀ ਵਿੱਚ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਮੈਂ ਵਿਸ਼ਨੂੰ ਨੂੰ, ਕ੍ਰਿਸ਼ਨ ਨੂੰ ਕਦੇ ਵੀ ਨਹੀਂ ਧਿਆਉਂਦਾ। ਹੁਣ ਕੀ ਆਪਾਂ ਕਵਾਂਗੇ ਵੀ ਬਾਣੀ ਵਿਰੋਧਾਭਾਸ ਆ? ਕਦੇ ਵੀ ਬਾਣੀ ਵਿਰੋਧਾਭਾਸ ਨਹੀਂ ਹੁੰਦੀ। ਇੱਕ ਦੂਜੇ ਸ਼ਬਦਾਂ ਦੇ ਵਿਰੋਧ ਨਹੀਂ ਗੁਰਬਾਣੀ ਕਰਦੀ, ਪਰ ਉਹ ਅਵਸਥਾ ਦੇ ਮੁਤਾਬਕ ਸ਼ਬਦ ਉਚਾਰੇ ਜਾਂਦੇ ਆ। ਹੁਣ ਇੱਥੇ ਮੈਂ ਭਗਤਾਂ ਦੀ ਬਾਣੀ ਪੜ੍ਹੀ ਤੇ ਭਗਤਾਂ ਦੀ ਬਾਣੀ ਦੇ ਵਿੱਚ ਸ਼ਬਦ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਵਾਵਾ ਬਾਰ ਬਾਰ ਵਿਸ਼ਨ ਸੰਭਾਰ, ਵਿਸ਼ਨ ਸੰਭਾਰ ਨਾ ਆਵੈ ਹਾਰ, ਵਿਸ਼ਨ ਮਿਲੇ ਸਭ ਹੀ ਸੱਚ ਭਾਵੈ। ਹੁਣ ਇਹਦੇ ਕੀ ਅਰਥ ਕਰਾਂਗੇ? ਵਾਵਾ ਅੱਖਰ ਦੇ ਵਿੱਚ ਭਗਤ ਜੀ ਕਹਿ ਰਹੇ ਆ ਕਿ ਵਾਵਾ ਅੱਖਰ ਕਹਿ ਰਿਹਾ ਕਿ ਵਾਰ-ਵਾਰ ਤੂੰ ਵਿਸ਼ਨੂੰ ਦਾ ਜਾਪ ਕਰ। ਹੁਣ ਵਿਸ਼ਨੂੰ ਕਿਹੜਾ? ਤਿੰਨ ਦੇਵਤੇ ਕਹੀਏ। ਗੁਰਬਾਣੀ ਦੇ ਵਿੱਚ ਤਿੰਨਾਂ ਦੇਵਤਾਂ ਦਾ ਖੰਡਨ ਕੀਤਾ, ਇੱਕ ਥਾਂ ਤੇ ਨਹੀਂ, 20 ਥਾਵਾਂ ਤੇ। ਪਰ ਇੱਥੇ ਕਹਿ ਰਹੇ ਆ ਵਾਵਾ ਵਿਸ਼ਨ, ਵਾਵਾ ਬਾਰ-ਬਾਰ ਵਿਸ਼ਨ ਸੰਭਾਰ। ਸੰਭਾਰ ਦਾ ਅਰਥ ਹੁੰਦਾ ਸੰਭਾਲਣਾ, ਸੰਭਾਰ ਤੋਂ ਅਰਥ ਹੁੰਦਾ ਯਾਦ ਕਰਨਾ। ਹੁਣ ਇੱਥੇ ਫਿਰ ਕੀ ਕਵਾਂਗੇ ਵੀ ਗੁਰਬਾਣੀ ਜਿਹੜੀ ਆ ਉਹ ਵਾਵੇ ਅੱਖਰ ਦੇ ਦੁਆਰਾ ਵਿਸ਼ਨੂੰ ਨੂੰ ਯਾਦ ਕਰਨ ਬਾਰੇ ਕਹਿ ਰਹੀ ਹੈ ਕਿ ਗੁਰਬਾਣੀ ਇਹ ਵਿਰੋਧਤਾ 'ਚ ਗੱਲ ਕਰ ਰਹੀ ਹੈ? ਨਹੀਂ,
ਇੱਥੇ ਵਿਸ਼ਨੂੰ ਦਾ ਅਰਥ ਆ ਅਕਾਲ ਪੁਰਖ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਵੀ ਜਿਸ ਵੇਲੇ ਸੁਦਾਮਾ ਜੀ ਗਏ ਆ, ਹਰ ਜੀ ਛੱਡ ਸਿੰਘਾਸਣੇ ਆਏ, ਉੱਥੇ ਸੁਦਾਮੇ ਦੇ ਅੰਦਰ ਭਗਵਾਨ ਕ੍ਰਿਸ਼ਨ ਦੇ ਪਰਥਾਏ ਇੱਕ ਪਰਮਾਤਮਾ ਦੇ ਰੂਪ ਦੇ ਵਿੱਚ, ਅਕਾਲ ਪੁਰਖ ਦੇ ਰੂਪ ਦੇ ਵਿੱਚ ਉਹਦੇ ਅੰਦਰ, ਸੁਦਾਮੇ ਦੇ ਅੰਦਰ ਕ੍ਰਿਸ਼ਨ ਜੀ ਦੇ ਪ੍ਰਤੀ ਪਿਆਰ ਸੀਗਾ, ਪ੍ਰੇਮ ਸੀ। ਤਾਂ ਕਰਕੇ ਉਹਨਾਂ ਨੇ ਕਿਹਾ ਵੀ ਹਰ ਜੀ ਛੱਡ ਸਿੰਘਾਸਣੇ ਆਏ। ਹਰ ਜੀ ਉੱਥੇ ਕਿਹਨੂੰ ਕਿਹਾ? ਕ੍ਰਿਸ਼ਨ ਨੂੰ। ਵੀ ਹਰ ਜੀ ਨੇ ਸਿੰਘਾਸਣ ਛੱਡਿਆ ਕਿਹਦੇ ਲਈ? ਸੁਦਾਮੇ ਦੇ ਲਈ। ਸੋ ਜਿਵੇਂ ਜਿਵੇਂ ਅਰਥ ਆਉਂਦੇ ਆ ਨਾ, ਉਸ ਹਿਸਾਬ ਨਾਲ ਸਾਨੂੰ ਦੇਖਣਾ ਪੈਂਦਾ ਹੈ। ਹੁਣ ਇੱਥੇ ਗੁਰਬਾਣੀ ਦੇ ਵਿੱਚ ਇੱਕ ਤਾਂ ਹੋਰ ਬਚਨ ਆਉਂਦੇ ਆ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਵਿਸ਼ਨ ਕਿਹਨੂੰ ਕਿਹਾ ਇੱਥੇ? ਵਿਸ਼ਨ ਅਕਾਲ ਪੁਰਖ ਹੈ। ਹੁਣ ਦੂਜੇ ਪਾਸੇ ਜਪਜੀ ਸਾਹਿਬ ਪੜਾਂਗੇ ਤੇ ਬਚਨ ਆਉਂਦੇ ਆ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਉਹ ਵੇਖਿਆ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਨ। ਤਿੰਨ ਚੇਲੇ ਕਿਹੜੇ ਕਿਹੜੇ ਆ? ਬ੍ਰਹਮਾ ਪੈਦਾ ਕਰਦਾ, ਵਿਸ਼ਨੂੰ ਜਿਹੜਾ ਉਹ ਪਾਲਣਾ ਕਰਦਾ, ਸ਼ਿਵ ਜੀ ਉਹ ਮਾਰ ਦਿੰਦਾ। ਪਰ ਇੱਕ ਮਾਇਆ ਤੋਂ ਪੈਦਾ ਹੋਏ ਤੇ ਮਾਇਆ ਪਰਮੇਸ਼ਰ ਦੀ ਛਾਂ। ਹੁਣ ਇੱਥੇ ਕਹਿ ਰਹੇ ਆ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਹੁਣ ਵਿਸ਼ਨ ਇੱਥੇ ਕਿਹਨੂੰ ਕਿਹਾ? ਪਰਮਾਤਮਾ ਨੂੰ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਈਬੈ ਬਿਠਲ ਊਬੈ ਬਿਠਲ ਬਿਠਲ ਬਿਨ ਸੰਸਾਰ ਨਹੀਂ, ਕਈ ਥਾਵਾਂ ਤੇ ਬਿਠਲ ਨਾਮ ਆਇਆ, ਇੱਕ ਨਹੀਂ। ਜਿਵੇਂ ਜਿਵੇਂ ਰੱਬ ਦੇ ਪਿਆਰਿਆਂ ਨੇ ਉਹਦੀ ਆਰਾਧਨਾ ਕੀਤੀ, ਉਵੇਂ ਉਵੇਂ ਉਸ ਦਾ ਨਾਮ ਦੇ ਦਿੱਤਾ। ਮੇਰਾ ਕਹਿਣ ਤੋਂ ਭਾਵ ਇਹ ਆ ਵੀ ਭਗਉਤੀ ਸ਼ਬਦ ਜਿਹੜਾ ਨਾ, ਇਹ ਨਹੀਂ ਕਹਿਣਾ ਵੀ ਭਗਉਤੀ ਕੇਵਲ, ਜਿਹੜੇ ਲੋਕ ਅੱਜ ਸ਼ੰਕੇ ਪਾਉਂਦੇ ਆ ਨਾ, ਉਹ ਕਹਿੰਦੇ ਕੇਵਲ ਭਗਉਤੀ ਜਿਹੜਾ ਹੈਗਾ ਉਹ ਦੇਵੀ ਦੇ ਪਰਥਾਏ ਆਇਆ। ਅੱਛਾ, ਜੋ ਤੁਸੀਂ ਚੰਡੀ ਦੀ ਵਾਰ ਪੜੋਗੇ, ਉੱਥੇ ਇੱਕ ਬਚਨ ਆਉਂਦਾ, ਮੈਂ ਪੜ ਰਿਹਾ ਸੀਗਾ, ਉਹ ਆਉਂਦਾ, ਲਈ ਭਗਉਤੀ ਦੁਰਗ ਸ਼ਾਹ। ਦੁਰਗਾ ਕਿਹਨੂੰ ਕਿਹਾ? ਕਾਲਕਾ ਨੂੰ, ਜਿਹਦੇ ਬਾਰੇ ਰੌਲਾ ਪਾਉਂਦੇ ਆ ਜੀ, ਕਾਲਕਾ ਦੀ ਗੱਲ ਕੀਤੀ। ਲਈ ਭਗਉਤੀ। ਹੁਣ ਕਾਲਕਾ ਜਿਹੜੀ ਆ, ਦੁਰਗਾ ਆਪਣੇ ਹੱਥ ਵਿੱਚ ਦੁਰਗਾ ਨੂੰ ਕਿਵੇਂ ਲੈ ਲਵੇਗੀ? ਜੇ ਆਪਾਂ ਭਗਉਤੀ ਦਾ ਅਰਥ ਦੁਰਗਾ ਕਰੀਏ, ਕਾਲਕਾ ਕਰੀਏ, ਤੇ ਦੁਰਗਾ ਆਪਣੇ ਹੱਥ ਵਿੱਚ ਦੁਰਗਾ ਨੂੰ ਕਿਵੇਂ ਲਵੇਗੀ? ਗੁਰੂ ਗੋਬਿੰਦ ਸਿੰਘ ਨੇ ਕਿਹਾ, ਲਈ ਭਗਉਤੀ ਦੁਰਗ ਸ਼ਾਹ। ਭਗਉਤੀ ਸ੍ਰੀ ਸਾਹਿਬ ਹੈ। ਵੀ ਮਹਾਰਾਜ ਕਹਿਣ ਲੱਗੇ ਵੀ ਜਿਹੜੀ ਸ੍ਰੀ ਸਾਹਿਬ ਹੈ, ਉਹ ਜਿਹੜੀ ਕਿਰਪਾਨ ਕਹਿ ਲਵੋ, ਸ੍ਰੀ ਸਾਹਿਬ ਕਹਿ ਲਵੋ, ਉਹ ਦੁਰਗ ਸ਼ਾਹ, ਦੁਰਗਾ ਨੇ, ਕਾਲਕਾ ਨੇ ਆਪਣੇ ਹੱਥ ਵਿੱਚ ਲਈ, ਹੱਥ ਵਿੱਚ ਲੈ ਕੇ ਦੈਂਤਾਂ ਦਾ ਨਾਸ਼ ਕੀਤਾ। ਇਸ ਕਰਕੇ ਜਿਹੜਾ ਭਗਉਤੀ ਸ਼ਬਦ ਹੈ, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਈ। ਉੱਥੇ ਭਗਉਤੀ ਸ਼ਬਦ ਸ੍ਰੀ ਸਾਹਿਬ ਦੇ ਪਰਥਾਏ ਆ, ਕਿਰਪਾਨ ਦੇ ਪਰਥਾਏ। ਕਿਰਪਾਨ ਦਾ ਅਰਥ ਹੁੰਦਾ ਕਿਰਪਾ ਪਲੱਸ ਆਨ। ਦੇਖੋ ਹੁਣ ਉਹੀ ਕਿਰਪਾਨ, ਇੱਕ ਗੱਲ ਯਾਦ ਰੱਖਿਓ, ਉਹੀ ਕਿਰਪਾਨ ਜਦੋਂ ਔਰੰਗਜ਼ੇਬ ਦੇ ਹੱਥ ਵਿੱਚ ਆ ਤੇ ਉਹ ਕੀ ਹੋ ਗਈ? ਕਿਰਪਾਨ ਤੇ ਉਹੀ ਹੈ, ਲੋਹਾ ਉਹੀ ਹੈ, ਗੋਲੀਆ ਕਿਰਪਾਨ ਕਹਿ ਲਵੋ, ਤੇਗਾ ਕਹਿ ਲਵੋ, ਉਹ ਕਿਰਪਾਨ ਤਾਂ ਉਹੀ ਆ। ਪਰ ਜਿਸ ਵੇਲੇ ਉਹ ਔਰੰਗਜ਼ੇਬ ਦੇ ਹੱਥ ਵਿੱਚ ਜਾਂਦੀ ਆ, ਜ਼ਕਰੀਆ ਦੇ ਹੱਥ ਵਿੱਚ ਜਾਂਦੀ ਆ, ਜਾਂ ਜਿਹੜੇ ਜਿੰਨੇ ਇਹ ਜ਼ਾਲਮ ਹੋਏ ਆ ਉਹਨਾਂ ਦੇ ਹੱਥ ਵਿੱਚ ਜਾਂਦੀ ਆ, ਤੇ ਉਹ ਕਿਰਪਾਨ ਕੀ ਹੋ ਜਾਂਦੀ ਆ? ਅਤਿਆਚਾਰੀ ਹੋ ਜਾਂਦੀ ਆ। ਉਹੀ ਕਿਰਪਾਨ, ਬਿਲਕੁਲ ਸੇਮ ਉਹੀ ਕਿਰਪਾਨ ਆ। ਉਹੀ ਕਿਰਪਾਨ ਜੇ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਆਉਂਦੀ ਆ, ਬਾਬਾ ਦੀਪ ਸਿੰਘ ਦੇ ਹੱਥ ਵਿੱਚ ਆਉਂਦੀ ਆ, ਭਾਈ ਮਨੀ ਸਿੰਘ ਜਿਹੜੇ ਸਾਡੇ ਸ਼ਹੀਦ ਹੋਏ ਆ, ਉਹਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਆਉਂਦੀ ਆ, ਉਸ ਵੇਲੇ ਉਹੀ ਕਿਰਪਾਨ ਦਿਆਲੂ ਬਣ ਜਾਂਦੀ ਆ। ਹੁਣ ਕੀ ਅਰਥ ਕਰੋਗੇ? ਇਹ ਤੇ ਹੱਥ ਵਿੱਚ ਜਾਣ ਦੇ ਕਰਕੇ ਹੀ ਹੈ ਨਾ, ਕਿਉਂਕਿ ਜਿਸ ਦੇ ਹੱਥ ਵਿੱਚ ਗਈ, ਜੇ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਗਈ, ਤੇ ਉਹ ਹੋ ਗਈ ਕਿਰਪਾਨ। ਕਿਰਪਾ ਪਲੱਸ ਆਨ। ਆਨ ਕਹਿੰਦੇ ਹੋਰ ਦੇ ਉੱਪਰ ਕਿਰਪਾ ਕਰਨ ਵਾਲੀ, ਕਿਉਂਕਿ ਕਿਰਪਾਨ ਦੇ ਦੁਆਰਾ, ਭਗਉਤੀ ਦੇ ਦੁਆਰਾ, ਸ੍ਰੀ ਸਾਹਿਬ ਦੇ ਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਲੋਕ ਅਤਿਆਚਾਰ ਕਰਦੇ ਸੀ, ਜਾਂ ਜਿਹੜੇ ਸਾਡੇ 18ਵੀਂ ਸਦੀ ਦੇ ਸਿੰਘ ਹੋਏ ਆ, ਜੋ ਲੋਕ ਅਤਿਆਚਾਰ ਕਰਦੇ ਸੀ, ਉਹਨਾਂ ਦੇ ਗਿੱਟੇ ਵੱਢੇ। ਪਰ ਜਦੋਂ ਔਰੰਗੇ ਕੋਲ ਗਈ, ਉਹ ਤਲਵਾਰ ਬਣ ਗਈ, ਉਹਨੇ ਵਾਰ ਕੀਤਾ ਗਰੀਬਾਂ ਦੇ ਉੱਪਰ। ਇਹ ਪ੍ਰਕਰਮ ਦੇ ਹਿਸਾਬ ਨਾਲ ਅਰਥ ਹੁੰਦੇ ਆ। ਜ਼ਰੂਰੀ ਨਹੀਂ ਵੀ ਭਗਉਤੀ ਸ਼ਬਦ ਆ ਗਿਆ ਜੀ ਭਗਉਤੀ ਇਹ ਦੇਵੀ ਬਾਰੇ ਕਿਹਾ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਸਾਹਿਬ ਬਾਰੇ ਕਹਿ ਰਹੇ ਨੇ। ਹੁਣ ਭਗਉਤੀ ਉਸਤਤ, ਭਗਉਤੀ ਸ੍ਰੀ ਸਾਹਿਬ ਦੀ ਉਸਤਤ ਵਡਿਆਈ। ਦੂਸਰਾ ਮੈਂ ਭਗਉਤੀ ਦੇ ਬਾਰੇ ਹੋਰ ਤੁਹਾਨੂੰ ਕੁਝ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਮੈਂ ਲਏ ਆ ਵੀ ਭਗਉਤੀ ਦੇ ਕਿੰਨੇ ਅਰਥ ਕੀਤੇ ਆ। ਇਹ ਗਿਆਨੀ ਕਾਹਨ ਸਿੰਘ ਜੀ ਨਾਭਾ ਸਾਡੇ ਕੌਮ ਦੇ ਮਹਾਨ ਵਿਦਵਾਨ ਹੋਏ ਆ, ਉਹਨਾਂ ਨੇ ਭਗਉਤੀ ਸ਼ਬਦ 733 ਅੰਗ ਤੇ ਆ, ਗੁਰਮਤਿ ਮਾਰਤੰਡ ਭਾਗ ਦੂਜਾ, ਤੁਸੀਂ ਦੇਖ ਵੀ ਸਕਦੇ ਹੋ।
ਉਹਨਾਂ ਦੇ ਸ਼ਬਦ ਜੋ ਲਿਖੇ ਆ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਗੁਰਬਾਣੀ ਵਿੱਚ ਅਤੇ ਸਿੱਖ ਧਰਮ ਸੰਬੰਧੀ ਗ੍ਰੰਥਾਂ ਵਿੱਚ ਭਗਉਤੀ ਸ਼ਬਦ ਕਰਤਾਰ ਦਾ ਭਗਤ, ਕਰਤਾਰ ਦਾ ਭਗਤ। ਦੇਖੋ, ਪਹਿਲਾ ਸ਼ਬਦ ਭਗਉਤੀ ਦਾ ਅਰਥ ਕਰਤਾਰ ਦਾ ਭਗਤ, ਦੂਸਰਾ ਭਗਉਤੀ ਦਾ ਅਰਥ ਭਗਵਤ ਦੀ, ਭਗਵਤ ਗੀਤਾ ਦੇ ਪ੍ਰਥਾਏ, ਤੀਸਰਾ ਭਗਵਤੀ ਦੁਰਗਾ ਦੇ ਪ੍ਰਥਾਏ ਵੀ ਆਇਆ। ਜਿਵੇਂ ਮੈਂ ਪਹਿਲਾਂ ਬੇਨਤੀ ਕਰਿਆ ਆ ਕਿ ਵਿਸ਼ਨ ਵਾਵਾ ਬਾਰ ਬਾਰ ਵਿਸ਼ਨ ਸੰਭਾਰ, ਵਿਸ਼ਨ ਸੰਭਾਰਨਾ ਆਵੈ ਹਾਰ, ਵੀ ਵਾਵਾ ਅੱਖਰ ਦੇ ਦੁਆਰਾ ਵਿਸ਼ਨੂੰ ਕਿਹਨੂੰ ਕਿਹਾ? ਅਕਾਲ ਪੁਰਖ ਨੂੰ। ਹੁਣ ਉੱਥੇ ਉਹ ਵਿਸ਼ਨੂੰ ਦੀ ਗੱਲ ਨਹੀਂ ਕੀਤੀ ਗਈ। ਫਿਰ ਅੱਗੇ ਸੁਣਿਓ ਤੁਸੀਂ, ਫਿਰ ਤੀਜਾ ਅਰਥ ਗਿਆਨੀ ਕਾਹਨ ਸਿੰਘ ਜੀ ਕਹਿੰਦੇ ਸ੍ਰੀ ਸਾਹਿਬ ਖੜਗ, ਸ੍ਰੀ ਸਾਹਿਬ ਦੇ ਪ੍ਰਥਾਏ ਵੀ ਭਗਉਤੀ ਸ਼ਬਦ ਦਾ ਅਰਥ ਆ ਰਿਹਾ। ਫਿਰ ਸ਼ਿੰਗਾਰ ਕਰਤਾ, ਸ਼ਿੰਗਾਰ ਕਹਿੰਦੇ ਆ ਮਾਰ ਦੇਣਾ, ਖਤਮ ਕਰਨ ਵਾਲਾ। ਕਰਤਾ ਕੌਣ ਆ? ਪਾਲਣਾ ਕਰਨ ਵਾਲਾ, ਜਾਨੀ ਪੈਦਾ ਕਰਨ ਵਾਲਾ। ਇਹ ਭਗਉਤੀ ਸ਼ਬਦ ਸ਼ਿੰਗਾਰ ਦੇ ਪ੍ਰਥਾਏ ਵੀ ਆਵੇਗਾ, ਵੀ ਖਤਮ ਕਰਨ ਦੇ ਪ੍ਰਥਾਏ, ਤੇ ਕਰਤਾ ਦੇ ਪ੍ਰਥਾਏ ਵੀ ਆਵੇਗਾ। ਫਿਰ ਮਹਾਕਾਲ, ਛੇਵਾਂ ਜਿਹੜਾ ਅਰਥ ਭਗਉਤੀ ਦਾ ਉਹ ਮਹਾਕਾਲ ਦੇ ਪ੍ਰਥਾਏ ਵੀ ਆਵੇਗਾ। ਇੱਕ ਭਗਉਤੀ ਦੇ ਕਿੰਨੇ ਸ਼ਬਦ ਹੋ ਗਏ? ਜਿੱਦਾਂ ਨਾ ਮੈਂ ਬੇਨਤੀ ਕਰਦਾ, ਮਹਾਪੁਰਖ ਬਾਬਾ ਗੁਰਬਚਨ ਸਿੰਘ ਉਹਨਾਂ ਨੇ ਹਰ ਸ਼ਬਦ ਦੇ ਪਤਾ ਕਿੰਨੇ ਸ਼ਬਦ ਕੀਤੇ ਸੀਗੇ? 96 ਅਰਥ ਕੀਤੇ ਸੀ ਹਰ ਸ਼ਬਦ ਦੇ। ਤੇ ਦਸਮ ਗ੍ਰੰਥ ਦੇ ਵਿੱਚ ਵੀ ਆਉਂਦਾ ਇਹ, ਉਹ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਆਉਣ ਵਾਲੇ ਸਮੇਂ ਦੇ ਵਿੱਚ। ਹਰ ਸ਼ਬਦ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਈ ਅਰਥ ਕੀਤੇ ਆ। ਜਿਹੜੇ ਬੰਦੇ ਗਿਆਨ ਤੋਂ ਹੀਨੇ ਆ ਨਾ, ਉਹ ਆਪਣੀਆਂ ਜਬੜੀਆਂ ਮਾਰੀ ਜਾਂਦੇ ਆ ਜੀ, ਆਹ ਕਿੱਦਾਂ ਉਦਾਂ, ਆਹ ਕਿੱਦਾਂ ਲਿਖਤਾ। ਹੁਣ ਭਗਉਤੀ ਦੇ ਵੇਖੋ, ਪਹਿਲਾ ਕਰਤਾਰ ਦਾ ਭਗਤ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜੋ, ਵਾਰ ਸ੍ਰੀ ਰਾਗ 88 ਅੰਗ ਦੇ ਉੱਪਰ ਹੈ, 88 ਅੰਗ ਸ੍ਰੀ ਰਾਗ ਦੇ ਵਿੱਚ ਵਾਰ 22 ਵਾਰਾਂ ਵਿੱਚੋਂ। ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਭਗਉਤੀ ਆ, ਭਾਵ ਕਰਤਾਰ ਦਾ ਭਗਤ ਹੈ। ਕੌਣ? ਜਿਹੜਾ ਭਗਵੰਤ ਅਕਾਲ ਪੁਰਖ ਨੂੰ ਜਾਣਦਾ ਹੈ। ਗੁਰ ਪ੍ਰਸਾਦੀ ਆਪ ਪਛਾਣੈ, ਗੁਰੂ ਦੀ ਕਿਰਪਾ ਦੇ ਦੁਆਰਾ ਆਪਾ ਭਾਵ ਮਾਰ ਕੇ ਆਪਣੇ ਨਿਜ ਸਰੂਪ ਨੂੰ ਪਛਾਣਦਾ। ਧਾਵਤ ਰੱਖੈ ਇਕਤ ਘਰ ਆਣੈ, ਜੀਵਤ ਮਰੇ ਹਰ ਨਾਮ ਵਖਾਣੈ। ਧਾਵਤ ਕਹਿੰਦੇ ਆ ਵੀ ਮਨ ਨੂੰ ਦੌੜਦੇ ਹੋਏ ਨੂੰ ਟਿਕਾ ਕੇ ਰੱਖਦਾ। ਜੀਵਤ ਮਰੇ, ਜਿਉਂਦੇ ਜੀਂਦੇ ਜੀਵਨ ਵਿੱਚ ਵਿਚਰਦੇ ਆ, ਆਪਣੇ ਅੰਦਰੋਂ ਆਪਾ ਭਾਵ ਹੰਕਾਰ ਖਤਮ ਕਰਦਾ। ਹਰ ਨਾਮ ਵਖਾਣੈ, ਐਸਾ ਭਗਉਤੀ ਉੱਤਮ ਹੋਏ, ਨਾਨਕ ਸੱਚ ਸਮਾਵੈ ਸੋਏ। ਹੁਣ ਦੱਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਭਗਉਤੀ ਦਾ ਕੀ ਅਰਥ ਕੀਤਾ ਪਿਆ? ਐਸਾ ਭਗਉਤੀ ਉੱਤਮ ਹੋਏ, ਜਿਹੜਾ ਇਹ ਭਗਉਤੀ ਹੈ ਨਾ, ਕਰਤਾਰ ਦਾ ਭਗਤ ਹੈ, ਉਹ ਭਗਉਤੀ ਉੱਤਮ ਹੋ ਸਕਦਾ। ਅੰਤਰ ਕਪਟ ਭਗਉਤੀ ਕਹਾਏ, ਪਖੰਡ ਪਾਰ ਬ੍ਰਹਮ ਕਦੇ ਨਾ ਪਾਏ। ਦੂਜਾ ਸ਼ਬਦ ਹੈ ਅੰਤਰ ਕਪਟ, ਕਹਿੰਦੇ ਹਿਰਦੇ ਵਿੱਚ, ਪਰ ਕਹਿੰਦਾ ਮੈਂ ਭਗਉਤੀ ਆ, ਇਸ ਪਖੰਡ ਦੇ ਵਿੱਚ ਕਦੇ ਵੀ ਕਰਤਾਰ ਦੀ ਪ੍ਰਾਪਤੀ ਨਹੀਂ ਪਾ ਸਕਦਾ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ। ਪਰਾਏ ਦੀ ਨਿੰਦਿਆ ਕਰਦਾ, ਬਾਹਰੋਂ ਬਹੁਤ ਸਰੀਰ ਨੂੰ ਧੋਂਦਾ, ਪਰ ਇਸ ਤਰ੍ਹਾਂ ਮਨ ਦੀ ਮੈਲ ਨਹੀਂ ਜਾਂਦੀ। ਸਤ ਸੰਗਤ ਸਿਓ ਬਾਦ ਰਚਾਏ, ਅਣਦਨ ਦੁਖੀਆ ਦੂਜੈ ਭਾਈ ਰਚਾਏ। ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ, ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ। ਸਤ ਸੰਗਤ ਨਾਲ ਝਗੜਾ ਕਰਦਾ, ਵਾਹਿਗੁਰੂ ਦੀ ਸੇਵਾ ਨਹੀਂ ਕਰਦਾ। ਮਹਾਰਾਜ ਕਹਿੰਦੇ ਐਸਾ ਜਿਹੜਾ ਭਗਉਤੀ ਆਪਣੇ ਆਪ ਨੂੰ ਕਹਿੰਦਾ ਮੈਂ ਭਗਉਤੀ ਆ, ਪਰਮਾਤਮਾ ਦਾ ਭਗਤ ਆ, ਮਹਾਰਾਜ ਕਹਿੰਦੇ ਉਹ ਕਦੇ ਵੀ ਉਹਦਾ ਉਧਾਰ ਨਹੀਂ ਹੋਣਾਗਾ, ਉਹ ਪਖੰਡੀ ਭਗਉਤੀ ਆ। ਇਹ ਪਖੰਡੀ ਭਗਉਤੀ ਦੀ ਗੱਲ ਕਰਤੀ। ਪਹਿਲਾ ਜਿਹੜਾ ਮਹਾਰਾਜ ਨੇ ਕਹਿੰਦੇ ਸੋ ਭਗਉਤੀ ਜੋ ਭਗਵੰਤ ਜਾਣੇ, ਉਹਦੀ ਗੱਲ ਕਰਤੀ ਭਾਈ, ਉਹ ਭਗਉਤੀ ਰੱਬ ਦਾ ਭਗਤ ਆ। ਹੁਣ ਗੌੜੀ ਸੁਖਮਣੀ ਦੇ ਵਿੱਚ ਆ, ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗਿਆ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਪਰਮ ਕਰ ਪੂਜੈ, ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਉਤੀ ਕੀ ਮਤ ਉਤਮ ਹੋਵੈ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਦੇਖੋ ਕਿੱਡੇ ਪਿਆਰੇ ਬਚਨ। ਭਗਉਤੀ ਭਗਵੰਤ ਭਗਤ ਕਾ ਰੰਗ, ਜਿਹਨੂੰ ਭਗਤ ਦਾ ਰੰਗ ਲੱਗ ਗਿਆ, ਮਹਾਰਾਜ ਕਹਿਣ ਲੱਗੇ ਭਾਈ ਉਹੀ ਭਗਉਤੀ ਹੈ, ਉਸ ਨੂੰ ਭਗਉਤੀ ਕਿਹਾ ਜਾਂਦਾ ਹੈ। ਹੁਣ ਅਗਲਾ ਸ਼ਬਦ ਜਿਹੜਾ ਹੈਗਾ, ਸ਼ਬਦ ਬਹੁਤ ਪਏ ਆ ਮੇਰੇ ਕੋਲੇ, ਪਰ ਸਮਾਂ ਆਪਾਂ ਸੀਮਤ ਰੱਖਿਆ। ਹੁਣ ਦੇਖੋ ਇੱਥੇ ਵੀ ਲਿਖਤਾ ਇਹਨਾਂ ਨੇ, ਗਿਆਨੀ ਕਾਹਨ ਸਿੰਘ ਜੀ ਨੇ, 127 ਅੰਗ ਹੈ, ਚੰਡੀ ਦੀ ਵਾਰ ਆ। ਲਈ ਭਗਉਤੀ ਦੁਰਗ ਸ਼ਾਹ ਵਰ ਜਾਗਣ ਭਾਰੀ, ਜਿਵੇਂ ਪਹਿਲਾਂ ਮੈਂ ਬੇਨਤੀ ਕਰ ਚੁੱਕਿਆ। ਹੁਣ ਇੱਥੇ ਅਗਲੇ ਹੁਣ ਬਚਨ ਸ਼ਸਤਰਨਾ ਮਾਲਾ ਦੇ ਵਿੱਚ 717 ਅੰਗ 19 ਦੇ ਵਿੱਚ ਇਸ ਦੀ ਹੋਰ ਪੁਸ਼ਟੀ ਹੁੰਦੀ ਹੈ। ਦੇਖੋ ਖੜਗ ਦੇ ਨਾਮ, ਭਗਉਤੀ ਦੇ ਨਾਮ ਮੈਂ ਹੁਣ ਗਿਣਾਉਣਾ ਤੁਹਾਨੂੰ।
ਕਾਲ ਤੂੰ ਹੀ ਕਾਲੀ ਤੂੰ ਹੀ ਤੇਗ ਅਰਤੀਰ ਤੂੰ ਹੀ ਨਿਸ਼ਾਨੀ ਜੀਤ ਕੀ ਅੱਜ ਤੂੰ ਹੀ ਜਗਬੀਰ 70 ਸ਼ਬਦ ਪ੍ਰਥਮੈ ਕਹੋ ਅੰਤ ਦੁਸ਼ਟ ਪਦ ਭਾਖ ਸਭੈ ਨਾਮ ਜਗन्नाथ को सदा हृदय मोह राख पृथ्वी शब्द प्रथमੈ पनो पालक बहुर उचार सकल नाम श्रेष्ठ के सदा हृदय मोह धार रिप खंडन मंडन जगत खल खंडन जग माहे ताको नाम उचारिय जे सुन दुख टर जाहे उतांतक श्री भगवती ਭਵਾ ਨਾਮ ਬਖਾਨ ਸ੍ਰੀ ਭਵਾਨੀ ਭੈ ਹਰਨ ਸਭ ਕੋ ਕਰੋ ਕਲਿਆਣ। ਦੇਖੋ ਇਹਨਾਂ ਦੇ ਬਚਨ ਮੈਂ ਪੜ੍ਹਦਾ, ਵਿਦਵਾਨ ਬੜੇ ਸੀ ਉਹ। 10ਵੇਂ ਗ੍ਰੰਥ ਦੀਆਂ ਕਈ ਬੀੜਾਂ ਹਨ, ਜਿਨ੍ਹਾਂ ਵਿੱਚ ਇੱਕ ਖਾਸ ਬੀੜ ਅਖਾਉਂਦੀ ਹੈ। ਉਸ ਵਿੱਚ ਇੱਕ ਖੜਗ ਭਗਉਤੀ ਸਤੋਤਰ ਹੈ। ਅਸੀਂ ਉਸ ਨੂੰ ਇੱਥੇ ਲਿਖ ਕੇ ਪਾਠਕਾਂ ਨੂੰ ਨਿਸ਼ਚਾ ਕਰਾਉਂਦੇ ਹਾਂ ਕਿ ਬਿਨਾਂ ਸੰਸ਼ੇ ਭਗਉਤੀ ਪਦ ਤਲਵਾਰ ਬੋਧਕ ਹੈ, ਵੀ ਬਿਨਾਂ ਸ਼ੰਕੇ ਤੋਂ ਰਹਿਤ ਇਹ ਜਿਹੜਾ ਹੈਗਾ ਕਾਲ ਤੂੰ ਹੀ ਕਾਲੀ ਤੂੰ ਹੀ ਤੇ ਗਰਤੀਰ ਤੂੰ ਹੀ ਨਿਸ਼ਾਨੀ ਜੀਤ ਕੀ ਅੱਜ ਤੂੰ ਹੀ ਜਗਬੀਰ, ਇਹ ਕਿਹਦੇ ਪਰਥਾਏ ਆ? ਇਹ ਜਿਹੜਾ ਸ਼ਬਦ ਹੈ ਸ੍ਰੀ ਸਾਹਿਬ ਦੇ ਪਰਥਾਏ ਆ। ਸੋ ਇਸ ਤਰ੍ਹਾਂ ਬਹੁਤ ਸ਼ਬਦ ਜਿਹੜੇ ਹੈ ਦਾਸ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨਾਲ ਵਿਚਾਰ ਕਰਾਂਗਾ। ਮੈਂ ਹੁਣ ਭਗਉਤੀ ਸ਼ਬਦ ਦੇ ਉੱਪਰ ਮੈਂ ਕੇਵਲ ਇਹ ਵਿਚਾਰ ਕੀਤੀ ਹੈ, ਇਹ ਸੰਖੇਪਮਈ ਵਿਚਾਰ ਆਪਾਂ ਕਰਨੀ ਹੈ। ਦੇਖੋ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਤੁਹਾਡੇ ਨਾਲ ਸ਼ਬਦ ਸਾਂਝੇ ਕੀਤੇ ਆ, ਵੀ ਕਈ ਥਾਵਾਂ ਤੇ ਇਹੀ ਸ਼ਬਦ ਜਿਹੜੇ ਆ ਉਹ ਭਗਵਤ ਗੀਤਾ ਦੇ ਪਰਥਾਈ ਵੀ ਆਇਆ। ਇਹ ਸ਼ਬਦ ਭਗਉਤੀ ਸ਼ਬਦ ਰੱਬ ਦੇ ਕਰਤਾਰ ਦੇ ਭਗਤਾਂ ਦੇ ਪਰਥਾਈ ਵੀ ਆਇਆ। ਇਹ ਸ਼ਬਦ ਸ਼ਿੰਗਾਰ ਦੇ ਪਰਥਾਏ ਭਾਵ ਖਤਮ ਕਰਨ ਦੇ ਪਰਥਾਏ ਵੀ ਭਗਉਤੀ ਆਇਆ। ਕਰਤਾ ਦੇ ਪਰਥਾਏ ਵੀ ਭਗਉਤੀ ਆਇਆ। ਔਰ ਖੜਗ ਸ੍ਰੀ ਸਾਹਿਬ ਦੇ ਪਰਥਾਏ ਵੀ ਭਗਉਤੀ ਸ਼ਬਦ ਆਇਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸੇ ਤਰ੍ਹਾਂ ਵਿਚਾਰ ਕਰਾਂਗੇ। ਜਿਹੜਾ ਦੁਰਗਾ ਹੈ ਉਹ ਦੁਰਗਾ ਸ਼ਬਦ ਦੇ ਅਸਲ ਅਰਥ ਕੀ ਹੈ? ਉਹ ਦੇਵੀ ਦੇ ਪਰਥਾਏ ਹੈਗਾ ਮੰਨਦੇ ਆ, ਪਰ ਉਹ ਦੇਵੀ ਕਿਹੜੀ ਹੈ, ਉਹ ਸ਼ਕਤੀ ਕਿਹੜੀ ਹੈ, ਇਹ ਆਪਾਂ ਆਉਣ ਵਾਲੇ ਸਮੇਂ ਵਿੱਚ ਵਿਚਾਰ ਕਰਾਂਗੇ। ਪਰ ਭਗਉਤੀ ਸ਼ਬਦ ਤੇ ਕਿਸੇ ਨੇ ਵੀ ਅੱਜ ਤੋਂ ਬਾਅਦ, ਵੈਸੇ ਮੈਂ ਪਹਿਲਾਂ ਬੇਨਤੀ ਕਰਦਾ ਵੀ ਤੁਹਾਡਾ ਸ਼ੰਕਾ ਨਿਵਰਤ ਹੋ ਜਾਵੇਗਾ ਵੀਡੀਓ ਸੁਣ ਕੇ, ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਹੁਤ ਸ਼ਬਦ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਤੁਹਾਨੂੰ ਇਦਾਂ ਲੱਗਣਗੇ ਵੀ ਇਹ ਤੇ ਇੱਕ ਦੂਜੇ ਦੇ ਵਿਰੋਧ ਹੈ। ਉਹ ਵਿਰੋਧੀ ਸ਼ਬਦ ਨਹੀਂ ਹੁੰਦੇਗੇ, ਉਹ ਅਵਸਥਾ ਦੇ ਮੁਤਾਬਕ ਉਚਾਰਨ ਕੀਤੇ ਜਾਂਦੇ ਆ। ਭਗਉਤੀ ਸ਼ਬਦ ਦੀ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ